Dear friend, today we discuss the topic factor affecting the location of automobile industry. Automobile industry ਨੂੰ ਦੀ ਲੋਕੇਸ਼ਨ ਵਿੱਚ ਕਿਹੜੇ ਜਿਹੜੇ ਫੈਕਟਰ ਨੇ ਜਿਹੜੇ ਅਫੈਕਟ ਕਰਦੇ ਨੇ. ਫਸਟ ਵੀ ਸਟਾਰਟ ਫਰੋਮ ਦਾ ਮੀਨਿੰਗ ਆਫ ਆਟੋਮੋਬਾਈਲ ਇੰਡਸਟਰੀ. ਆਟੋਮੋਬਾਈਲ ਇੰਡਸਟਰੀ ਹੁੰਦੀ ਕੀ ਹੈ? ਆਟੋਮੋਬਾਈਲ ਇੰਡਸਟਰੀ ਮੀਨਜ਼ ਦੈਟ ਇੰਡਸਟਰੀ ਇਨਵੋਲਵਡ ਇਨ design, development, manufacturing, production and sales of motor vehicles. ਹੁਣ ਇਹਦੇ 'ਚ ਟੂ ਵੀਲਰ ਤੋਂ ਲੈ ਕੇ ਹਰੇਕ ਜਿਹੜਾ ਬਾਈਕ ਹੈ ਉਹ ਇਹਦੇ 'ਚ ਕਵਰ ਕੀਤਾ ਜਾਂਦਾ. ਇਹ ਜਿਹੜਾ ਮੇਨ ਜਿਹੜਾ ਇਹ ਸੈਕਟਰ ਆ ਟੌਪ 'ਤੇ ਚੱਲ ਰਿਹਾ ਅੱਜ ਕੱਲ੍ਹ. ਗਰੋਇੰਗ ਸੈਕਟਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸਭ ਤੋਂ ਵੱਧ ਇਹਦੀ ਗਰੋਥ ਹੋ ਰਹੀ ਹੈ ਸੈਕਟਰ ਦੇ ਪੂਰੇ ਵਰਲਡ 'ਚ. ਇਹਦੀ ਇਹ ਸੈਕਟਰ ਜਿਹੜਾ ਸਭ ਤੋਂ ਵੱਧ ਜਿਹੜਾ ਗਰੋ ਕਰ ਰਿਹਾ. ਉਹ ਨੈਕਸਟ ਇਹਦੇ ਆ ਜਾਂਦਾ ਵਾ ਜਿਹੜਾ ਇਹਦੇ ਜਿਹੜੇ ਫੈਕਟਰ ਨੇ ਜਿਹੜੇ ਇਹਨੂੰ ਅਫੈਕਟ ਕਰਦੇ ਨੇ ਲੋਕੇਸ਼ਨ ਆਫ ਦਾ ਇੰਡਸਟਰੀ. ਫਸਟ ਇਹਦਾ ਜਿਹੜਾ ਵਾ ਜੇ ਆਪਾਂ ਇੰਡਸਟਰੀ ਲਗਾਉਣੀ ਆਪਾਂ ਨੂੰ ਫਸਟ ਜਿਹੜਾ ਰਾ ਮਟੀਰੀਅਲ. ਇਹ ਜਿਹੜੀ ਆਟੋਮੋਬਾਈਲ ਇੰਡਸਟਰੀ ਉਸੇ ਜਗ੍ਹਾ 'ਤੇ ਹੀ ਐਸਟੈਬਲਿਸ਼ ਹੋਏਗੀ ਜਿੱਥੇ ਰਾ ਮਟੀਰੀਅਲ ਈਜ਼ਲੀ ਅਵੇਲੇਬਲ ਹੋਵੇ. ਉਹ ਜਗ੍ਹਾ ਜਿੱਥੇ ਰਾ ਮਟੀਰੀਅਲ ਈਜ਼ਲੀ ਅਵੇਲੇਬਲ ਹੋਵੇ, ਸਸਤਾ ਮਿਲਦਾ ਹੋਵੇ ਔਰ ਅਬੰਡੈਂਸ ਵਿੱਚ ਮਿਲਦਾ ਹੋਵੇ. ਜਿਵੇਂ ਇੱਥੇ ਮਿਲਣੀਆਂ ਜਿਹੜੀਆਂ ਆਟੋਮੋਬਾਈਲ ਇੰਡਸਟਰੀ ਆਪਾਂ ਜੇ ਇੰਡੀਆ ਦੀ ਗੱਲ ਕਰ ਲੈਂਦੇ ਹਾਂ, ਇਹ ਮੈਕਸੀਮਮ ਇੰਡਸਟਰੀਜ਼ ਉੱਥੇ ਹੀ ਜਿਹੜੀਆਂ ਐਸਟੈਬਲਿਸ਼ ਹੋਈਆਂ ਨੇ, ਲਗਾਈਆਂ ਗਈਆਂ ਨੇ ਜਿੱਥੇ ਆਇਰਨ ਐਂਡ ਸਟੀਲ ਅਵੇਲੇਬਲ ਹੈ, ਜਿੱਥੇ ਲੋਹਾ ਜ਼ਿਆਦਾ ਮਾਤਰਾ ਵਿੱਚ ਮਿਲਦਾ ਵਾ, ਜਿੱਥੇ ਕੋਲ ਅਵੇਲੇਬਲ ਆ, ਜਿੱਥੇ ਸਸਤਾ ਰਾ ਮਟੀਰੀਅਲ ਮਿਲਦਾ ਔਰ ਬਹੁਤ ਜ਼ਿਆਦਾ ਕੁਆਂਟਿਟੀ 'ਚ ਮਿਲਦਾ, ਉੱਥੇ ਇਹ ਜਗ੍ਹਾ 'ਤੇ ਇੰਡਸਟਰੀ ਲਗਾਈ ਜਾਏਗੀ. ਇਸ ਕਰਕੇ ਇਹਦੀ ਜਿਹੜੀ ਪਹਿਲੀ ਜਿਹੜੀ ਕੰਡੀਸ਼ਨ ਹੈ ਲੋਕੇਸ਼ਨ ਦੀ ਵੀ ਉੱਥੇ ਰਾ ਮਟੀਰੀਅਲ ਬਹੁਤ ਜ਼ਿਆਦਾ ਅਵੇਲੇਬਲ ਹੋਣਾ ਚਾਹੀਦਾ. ਸੈਕੰਡ ਇਹਦਾ ਆ ਜਾਂਦਾ ਵੀ ਜਿਹੜਾ ਆਪਾਂ ਇੰਡਸਟਰੀ ਲਗਾਉਣੀ ਹੈ ਉੱਥੇ ਟਰਾਂਸਪੋਰਟੇਸ਼ਨ. ਸੈਕੰਡ ਜਿਹੜਾ ਇਹਦਾ ਪੁਆਇੰਟ ਹੈਗਾ ਟਰਾਂਸਪੋਰਟੇਸ਼ਨ. ਉਹ ਸਟੇਟ ਜਿੱਥੇ ਇੰਡਸਟਰੀ ਲੱਗੇਗੀ ਉੱਥੇ ਟਰਾਂਸਪੋਰਟੇਸ਼ਨ ਦੀ ਫੈਸਿਲਿਟੀਜ਼ ਹੋਵੇ, ਰੋਡ ਟਰਾਂਸਪੋਰਟੇਸ਼ਨ ਦੀ ਫੈਸਿਲਿਟੀ ਹੋਵੇ, ਰੇਲਵੇ ਦਾ ਨੈਟਵਰਕ ਹੋਵੇ, ਤਾਂ ਇਹ ਇੰਡਸਟਰੀ ਜਿਹੜੀ ਲਗਾਈ ਜਾਏਗੀ. ਜੇ ਟਰਾਂਸਪੋਰਟੇਸ਼ਨ ਨਹੀਂ ਹੈ ਤਾਂ ਉਹ ਜਗ੍ਹਾ 'ਤੇ ਇੰਡਸਟਰੀ ਜਿਹੜੀ ਲਗਾਉਣੀ ਅਸੰਭਵ ਹੋਏਗੀ. ਕਿਉਂਕਿ ਜੇ ਰਿਮੋਟ ਏਰੀਏ 'ਚ ਇੰਡਸਟਰੀ ਲੱਗ ਜਾਏਗੀ, ਉੱਥੇ ਰੋਡ ਨਹੀਂ ਹੈ, ਰੇਲਵੇ ਨਹੀਂ ਹੈ, ਅਤੇ ਜਿਹੜਾ ਰਾ ਮਟੀਰੀਅਲ ਜਿਹੜਾ ਆਪਾਂ ਕੰਪਨੀ ਨੇ ਵਰਤਣਾ ਵਾ ਜਾਂ ਜਿਹੜਾ ਫਿਨਿਸ਼ਡ ਪ੍ਰੋਡਕਟ ਆ ਉਹ ਅੱਗੇ ਸੇਲ ਕਰਨਾ ਵਾ, ਉਹਦੇ ਲਈ ਫਿਰ ਇਹ ਦਿੱਕਤ ਆਏਗੀ. ਇਸ ਕਰਕੇ ਜਿਹੜਾ ਟਰਾਂਸਪੋਰਟੇਸ਼ਨ ਸਿਸਟਮ ਜਿਹੜਾ ਬਹੁਤ ਹੀ ਵਧੀਆ ਹੋਣਾ ਚਾਹੀਦਾ, ਤਾਂ ਹੀ ਇਹ ਜਿਹੜੀ ਇੰਡਸਟਰੀ ਜਿਹੜੀ ਇਹ ਗਰੋ ਕਰੇਗੀ ਉਸ ਏਰੀਏ 'ਚ. ਥਰਡ ਆ ਜਾਂਦਾ ਇਹਦਾ ਪਾਵਰ ਮੇਨ ਆ. ਪਾਵਰ ਜਨਰੇਸ਼ਨ, ਇਲੈਕਟ੍ਰੀਸਿਟੀ, ਕੋਲ, ਜਿੰਨਾ ਵੀ ਪਾਵਰ ਦੇ ਨਾਲ ਰਿਲੇਟਡ ਇਹ ਇੰਡਸਟਰੀ ਉਸੇ ਜਗ੍ਹਾ 'ਤੇ ਲਗਾਈ ਜਾਏਗੀ ਜਿੱਥੇ ਪਾਵਰ ਮਤਲਬ ਕਿ ਈਜ਼ਲੀ ਮਿਲਦੀ ਹੋਵੇ, ਬਿਜਲੀ ਅਵੇਲੇਬਲ ਹੋਵੇ, ਕੋਲਾ ਅਵੇਲੇਬਲ ਹੋਵੇ, ਹੋਰ ਜਿਹੜੇ ਸੋਲਰ ਸਿਸਟਮ ਦੇ ਅੱਜ ਕੱਲ੍ਹ ਲੇਟੈਸਟ ਆ ਗਏ ਇਹ ਅਵੇਲੇਬਲ ਹੋਵੇ, ਤਾਂ ਹੀ ਇੰਡਸਟਰੀ ਜਿਹੜੀ ਉਸ ਜਗ੍ਹਾ 'ਤੇ ਲਗਾਈ ਜਾਏਗੀ. ਇਹਦੇ 'ਚ ਇਹ ਕਿਉਂਕਿ ਜੇ ਜਿੰਨੇ ਜਗ੍ਹਾ ਇਹ ਪਾਵਰ ਨਹੀਂ ਹੈ, ਜਿੱਥੇ ਮਤਲਬ ਕਿ ਜਿਵੇਂ ਹੁਣ ਕੁਛ ਸਟੇਟਸ ਨੇ ਜਿੱਥੇ ਹਜੇ ਵੀ ਪਾਵਰ ਦੀ ਪ੍ਰੋਬਲਮ ਹੈਗੀ, ਉੱਥੇ ਫਿਰ ਇੰਡਸਟਰੀ ਨਹੀਂ ਲਗਾਈ ਜਾਏਗੀ. ਜਿੱਥੇ ਇੰਡਸਟਰੀ ਦੇ ਜਿੱਥੇ ਮਤਲਬ ਕਿ ਜਿਹੜਾ ਇਹ ਅਵੇਲੇਬਲ ਹੈ ਸਾਰਾ ਕੁਛ, ਉੱਥੇ ਇਹ ਇੰਡਸਟਰੀ ਜਿਹੜੀ ਲਗਾਈ ਜਾਏਗੀ. ਨੈਕਸਟ ਅੱਗੇ ਆ ਜਾਂਦਾ ਜਿਹੜਾ ਇਹਦਾ ਕਮਿਊਨੀਕੇਸ਼ਨ. ਹਾਂ, ਕਮਿਊਨੀਕੇਸ਼ਨ ਬਹੁਤ ਹੈ, ਇਹਦੇ ਟੈਲੀ ਕਮਿਊਨੀਕੇਸ਼ਨ ਆ ਗਿਆ. ਐਟ ਪ੍ਰੈਜੈਂਟ ਦੇ ਜਿਹੜੇ ਕਮਿਊਨੀਕੇਸ਼ਨ ਦੇ ਸਾਧਨ ਬਹੁਤ ਆ ਗਏ, ਇੰਟਰਨੈਟ ਆ ਗਿਆ, ਮਤਲਬ ਕਿ ਹੋਰ ਬਹੁਤ ਸਾਧਨ ਨੇ. ਪਰ ਪਹਿਲਾਂ ਸੀਗਾ ਜਦੋਂ ਇਹ ਇੰਡਸਟਰੀਆਂ ਜਦੋਂ ਗਰੋ ਹੋਈਆਂ ਆਟੋਮੋਬਾਈਲ ਇੰਡਸਟਰੀ, ਉੱਥੇ ਟੈਲੀਫੋਨ ਜਿਹੜਾ ਮੇਨ ਜਿਹੜਾ ਗੌਰਮੈਂਟ ਦਾ ਪ੍ਰੋਵਾਈਡ ਕਰਾਉਂਦੇ ਸੀਗੇ. ਉਸ ਕਰਕੇ ਕਿਉਂਕਿ ਜਿਹੜਾ ਐਕਸਪੋਰਟ ਕਰਨਾ, ਇੰਪੋਰਟ ਕਰਨਾ, ਆਰਡਰ ਲੈਣੇ, ਇਹ ਸਾਰਾ ਟੈਲੀ ਕਮਿਊਨੀਕੇਸ਼ਨ ਜੇ ਅੱਛਾ ਹੋਏਗਾ ਤਾਂ ਉੱਥੇ ਇੰਡਸਟਰੀ ਜਿਹੜੀ ਲਗਾਈ ਜਾਏਗੀ. ਇਸ ਕਰਕੇ ਇਹ ਵੀ ਜ਼ਰੂਰੀ ਹੈ ਵੀ ਉੱਥੇ ਟੈਲੀ ਕਮਿਊਨੀਕੇਸ਼ਨ ਜਿਹੜਾ ਉਸ ਏਰੀਏ 'ਚ ਬਹੁਤ ਅੱਛਾ ਹੋਣਾ ਚਾਹੀਦਾ, ਤਾਂ ਹੀ ਇਹ ਜਿਹੜੀ ਇੰਡਸਟਰੀ ਜਿਹੜੀ ਗਰੋ ਕਰੇਗੀ. ਨੈਕਸਟ ਅੱਗੇ ਆਉਂਦਾ ਲੇਬਰ ਸਪਲਾਈ. ਲੇਬਰ, ਹਾਂ, ਇਹ ਜਿਹੜਾ ਮੇਨ ਆ ਲੇਬਰ, ਮਤਲਬ ਕਿ ਉੱਥੇ ਜਿਹੜੀ ਲੇਬਰ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਸਕਿਲਡ ਲੇਬਰ ਔਰ ਦੂਸਰੀ ਆ ਜਾਂਦੀ ਹੈ ਅਨਸਕਿਲਡ ਲੇਬਰ. ਜਿਹੜੀ ਅਨਸਕਿਲਡ ਲੇਬਰ ਆ ਇਹ ਜਿਹੜੇ ਮਤਲਬ ਕਿ ਜਿਹੜੇ ਫਿਜ਼ੀਕਲ ਜਿਨ੍ਹਾਂ ਨੇ ਵਰਕ ਕਰਨਾ ਹੁੰਦਾ, ਸਮਾਨ ਚੱਕਣਾ, ਉਹਦੀ ਗਡਾਊਨ ਤੱਕ ਜਾਣਾ, ਉਹਨੂੰ ਲਿਫਟ ਕਰਨਾ, ਸਾਰਾ ਕੁਛ ਅਨਸਕਿਲਡ ਲੇਬਰ ਦੇ ਅੰਡਰ ਆ ਜਾਂਦਾ. ਇਸ ਕਰਕੇ ਉਸ ਏਰੀਏ 'ਚ ਜਿਹੜੀ ਇੰਡਸਟਰੀ ਲਗਾਈ ਜਾਏਗੀ ਜਿੱਥੇ ਅਨਸਕਿਲਡ ਲੇਬਰ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਅਵੇਲੇਬਲ ਹੋਵੇ
ਤੇ ਸਕਿਲਡ ਲੇਬਰ ਵੀ ਜਿਹੜੀ ਬਹੁਤ ਜ਼ਿਆਦਾ ਮਾਤਰਾ ਵਿੱਚ ਅਵੇਲੇਬਲ। ਜੇ ਲੇਬਰ ਨਹੀਂ ਹੈ ਫਿਰ ਉਹਦੀ ਇੰਡਸਟਰੀ ਦੀ ਜਿਹੜੀ ਕੋਸਟ ਵਧੇਗੀ। ਜਿਹੜੀ ਸਕਿਲਡ ਲੇਬਰ ਆ ਉਹ ਤਾਂ ਮਤਲਬ ਕਿ ਕੰਪਨੀਆਂ ਥਰੂ ਐਡਵਰਟਾਈਜ਼ਮੈਂਟ ਜਾਂ ਹੋਰ ਜਿਹੜੇ ਆਪਣੇ ਉਹਨਾਂ ਦੇ ਮੋਡ ਨੇ ਉਹਦੇ ਨਾਲ ਜਿਹੜੇ ਲਗਾ ਲੈਣਗੇ ਸਕਿਲਡ ਲੇਬਰ। ਪਰ ਜਿਹੜੀ ਅਨਸਕਿਲਡ ਲੇਬਰ ਆ ਉਸ ਏਰੀਏ 'ਚ ਜਿੱਥੇ ਇੰਡਸਟਰੀ ਲਗਾਈ ਜਾਏਗੀ ਉੱਥੇ ਬਹੁਤ ਜ਼ਿਆਦਾ ਅਵੇਲੇਬਲ ਹੋਣੀ ਚਾਹੀਦੀ ਤਾਂ ਹੀ, ਕਿਉਂਕਿ ਜੇ ਉੱਥੇ ਫਿਰ ਲੇਬਰ ਜ਼ਿਆਦਾ ਹੋਏਗੀ ਤਾਂ ਫਿਰ ਸਸਤੀ ਮਿਲੂਗੀ, ਨਹੀਂ ਤਾਂ ਫਿਰ ਲੇਬਰ ਜਿਹੜੀ ਤਨਖਾਹ ਜਿਹੜੀ ਵੇਜ ਰੇਟ ਜਿਹੜੇ ਜ਼ਿਆਦਾ ਮੰਗਣਗੇ। ਇਸ ਕਰਕੇ ਇੰਡਸਟਰੀ ਜਿਹੜੀ ਗਰੋ ਤਾਂ ਹੋ ਪਾਏਗੀ ਜੇ ਉੱਥੇ ਜ਼ਿਆਦਾ ਜਿਹੜੀ ਲੇਬਰ ਆ ਉਹ ਸਸਤੇ ਰੇਟ 'ਤੇ ਮਿਲ ਜਾਏਗੀ। ਇਹ ਵੀ ਇੰਡਸਟਰੀਲਿਸਟ ਇਹ ਦੇਖਦੇ ਨੇ ਵੀ ਉੱਥੇ ਲੇਬਰ ਅਵੇਲੇਬਲ ਹੈ ਕਿ ਨਹੀਂ ਹੈ। ਇਸ ਕਰਕੇ ਸਕਿਲਡ ਲੇਬਰ 'ਤੇ ਵੀ ਹੋਣੀ ਜ਼ਰੂਰੀ। ਸਕਿਲਡ ਦੇ ਨਾਲ ਕਿ ਜੇ ਸਕਿਲਡ ਨਹੀਂ ਹੈ ਤਾਂ ਫਿਰ ਟੈਕਨੋਲੋਜੀ ਨਹੀਂ ਜਿਹੜੀ ਨਵੇਂ ਡਿਜ਼ਾਈਨ ਨਹੀਂ ਇੰਪਰੂਵ ਹੋਣਗੇ। ਇਸ ਕਰਕੇ ਦੋਨੇ ਚੀਜ਼ਾਂ ਦਾ ਸਕਿਲਡ ਲੇਬਰ ਵੀ ਅਤੇ ਅਨਸਕਿਲਡ ਲੇਬਰ ਦਾ ਵੀ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ। ਔਰ ਸਕਿਲਡ ਲੇਬਰ ਨੂੰ ਜਿਹੜੀ ਅਪ ਟੂ ਡੇਟ ਹੋਣਾ ਚਾਹੀਦੀ। ਸਕਿਲਡ ਲੇਬਰ ਇਹ ਨਹੀਂ ਹੈ ਵੀ ਮਤਲਬ ਕਿ ਪੁਰਾਣੀ ਟੈਕਨੋਲੋਜੀ, ਮਤਲਬ ਕਿ ਅਪ ਟੂ ਡੇ ਜਿਹੜੇ ਇੰਪਰੂਵਮੈਂਟ ਹੋਣੀ ਚਾਹੀਦੀ। ਕਿਉਂਕਿ ਅੱਜ ਜਿਹੜੀ ਆਟੋਮੋਬਾਈਲ ਇੰਡਸਟਰੀ ਹੈ, ਮੈਂ ਪਿੱਛੇ ਦੱਸਿਆ ਸਭ ਤੋਂ ਵੱਧ ਗਰੋਇੰਗ ਇੰਡਸਟਰੀ ਹੈ ਪੂਰੇ ਵਰਲਡ 'ਚ। ਇਹਦੀ ਮਤਲਬ ਕਿ ਇਹਦਾ ਨੰਬਰ ਜਿਹੜਾ 1 'ਤੇ ਆ ਰਿਹਾ ਹੈ ਗਰੋਇੰਗ 'ਚ। ਅਤੇ ਇਸ ਕਰਕੇ ਇਹਦੇ ਜਿਹੜੇ ਕਿਉਂਕਿ ਉਹ ਇੰਡਸਟਰੀ ਦੀ ਉਹੀ ਜਿਹੜੀ ਆਟੋਮੋਬਾਈਲ ਇੰਡਸਟਰੀ ਸਕਸੈਸ ਹੋਏਗੀ ਜਿਹੜੀ ਡੇ ਬਾਈ ਡੇ ਆਪਣੇ ਨਵੇਂ ਡਿਜ਼ਾਈਨ ਕਸਟਮਰ ਨੂੰ ਦੇਗੀ। ਜੇ ਪੁਰਾਣੇ ਮਾਡਲ ਹੋਣਗੇ, ਕਿਉਂਕਿ ਅੱਜ ਦੀ ਡੇਟ 'ਚ ਨਵਾਂ ਡੇ ਟੂ ਡੇ ਜਿਹੜੇ ਨਵੇਂ ਮਾਡਲ ਆ ਰਹੇ ਫਿਰ ਉਹ ਕੰਪਨੀ ਦੀ ਜਿਹੜੀ ਡਿਮਾਂਡ ਜ਼ਿਆਦਾ ਹੋਏਗੀ ਆਟੋਮੋਬਾਈਲ ਦੀ, ਮੋਟਰ ਬਾਈਕ ਦੀ, ਜਿਹਦੇ ਜਿਹੜੇ ਡਿਜ਼ਾਈਨ ਜਿਹੜੇ ਵਧੀਆ ਹੋਣਗੇ, ਐਫੀਸ਼ੀਐਂਟ ਹੋਣਗੇ ਔਰ ਈਜ਼ੀਲੀ ਅਵੇਲੇਬਲ ਹੋਣਗੇ। ਇਸ ਕਰਕੇ ਇਹ ਵੀ ਹੈਗਾ। ਅੱਗੇ ਨੈਕਸਟ ਆ ਜਾਂਦਾ ਇਹਦੇ 'ਚ ਜਿਹੜਾ ਪੋਲੀਟੀਕਲ ਫੈਕਟਰ ਹੈ। ਹਾਂ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਸਟੇਟ 'ਚ ਇੰਡਸਟਰੀ ਕੋਈ ਵੀ ਇੰਡਸਟਰੀ ਹੈ ਉਸੇ ਸਟੇਟ 'ਚ ਇੰਡਸਟਰੀਲਿਸਟ ਲਗਾਉਂਦੇ ਨੇ। ਕਿਉਂਕਿ ਇੰਡਸਟਰੀਲਿਸਟ ਨੇ ਜਿਹੜਾ ਬਿਜ਼ਨਸਮੈਨ ਹੈ ਇਹ ਰਿਸਕ ਨਹੀਂ ਲੈਣਾ ਚਾਹੁੰਦਾ। ਇਹ ਇੰਡਸਟਰੀ ਉਸੇ ਜਗ੍ਹਾ 'ਤੇ ਲਗਾਏਗਾ ਜਿੱਥੇ ਉਸ ਸਟੇਟ ਦਾ ਜਿਹੜਾ ਪੋਲੀਟੀਕਲ ਇਨਵਾਇਰਮੈਂਟ ਬਹੁਤ ਅੱਛਾ ਹੋਵੇ, ਸੇਫ ਹੋਵੇ ਔਰ ਕੋਈ ਦਿੱਕਤ ਨਾ ਹੋਵੇ। ਉੱਥੇ ਦੀ ਜਿਹੜੀ ਗੌਰਮੈਂਟ ਐਫੀਸ਼ੀਐਂਟ ਹੋਵੇ, ਜਲਦੀ ਉਹਨਾਂ ਨੂੰ ਜਿਹੜੇ ਲਾਇਸੈਂਸ ਆ ਇਸ਼ੂ ਕਰਦੇ, ਮਤਲਬ ਕਿ ਇਹ ਡਿਲੇ ਨਾ ਹੋਵੇ, ਕਰਪਸ਼ਨ ਨਾ ਹੋਵੇ। ਜੇ ਪੋਲੀਟੀਕਲ ਇਨਸਟੇਬਿਲਿਟੀ ਹੋਏਗੀ ਫਿਰ ਇੰਡਸਟਰੀ ਜਿਹੜੀ ਗਰੋ ਨਹੀਂ ਕਰ ਪਾਏਗੀ, ਇੰਡਸਟਰੀ ਨਹੀਂ ਲਗਾਈ ਜਾਏਗੀ। ਇਸ ਕਰਕੇ ਜਿਹੜੀ ਗੌਰਮੈਂਟ ਉਹ ਸਟੇਬਲ ਹੋਣੀ ਚਾਹੀਦੀ। ਮਤਲਬ ਕਿ ਇਹ ਨਹੀਂ ਵੀ ਮਤਲਬ ਕਿ ਸਾਲ ਬਾਅਦ ਉਹ ਗੌਰਮੈਂਟ ਟੁੱਟ ਜਾਏ ਫਿਰ ਨਵੀਂ ਆ ਜਾਏ। ਕਿਉਂਕਿ ਜਦੋਂ ਗੌਰਮੈਂਟ ਨਵੀਂ ਆਊਗੀ, ਚੇਂਜ ਹੋਏਗੀ, ਫਿਰ ਉਹਨਾਂ ਦੀਆਂ ਪਾਲਿਸੀਆਂ ਆਪਣੀਆਂ ਹੁੰਦੀਆਂ ਨੇ। ਇਸ ਕਰਕੇ ਇਹ ਵੀ ਜਿਹੜੇ ਮਲਟੀਨੈਸ਼ਨਲ ਖਾਸ ਕਰਕੇ ਉਹ ਦੇਖਦੇ ਨੇ ਵੀ ਉਸੇ ਸਟੇਟ 'ਚ ਜਾਂ ਉਹੀ ਕੰਟਰੀ 'ਚ ਇੰਡਸਟਰੀ ਲਗਾਉਣੀ ਜਿੱਥੇ ਉਹਨਾਂ ਦੀ ਗੌਰਮੈਂਟ ਜਿਹੜੀ ਸਟੇਬਲ ਹੋਵੇ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਲਾਇਸੈਂਸ ਮਿਲਦਾ ਹੋਵੇ, ਮਾਰਕੀਟਿੰਗ 'ਚ ਕੋਈ ਦਿੱਕਤ ਨਾ ਆਉਂਦੀ ਹੋਵੇ। ਜਿਹੜਾ ਆਪਾਂ ਕਹਿ ਦਿੰਦੇ ਜਿਹੜਾ ਇਹ ਜਿਹੜਾ ਰਾਜ ਜਿਹੜਾ ਇੱਕ ਆ ਜਾਂਦਾ ਵਾ, ਮਤਲਬ ਕਿ ਅਫਸਰਸ਼ਾਹੀ ਜਿਹੜਾ ਅਫਸਰਸ਼ਾਹੀ ਹੈ ਇਹ ਜ਼ਿਆਦਾ ਉਹਦੇ 'ਤੇ ਪ੍ਰਭਾਵ ਨਾ ਪਾਵੇ। ਇਸ ਕਰਕੇ ਇਹ ਵੀ ਹੈ ਪੋਲੀਟੀਕਲ ਇਨਸਟੇਬਿਲਿਟੀ ਜਿਹੜੀ ਇਨਸਟੇਬਿਲਿਟੀ ਨਹੀਂ ਹੋਣੀ ਚਾਹੀਦੀ, ਪੋਲੀਟੀਕਲ ਸਟੇਬਿਲਿਟੀ ਹੋਣੀ ਚਾਹੀਦੀ। ਨੈਕਸਟ ਅੱਗੇ ਜਾਂਦਾ ਇਕਨੋਮਿਕ ਫੈਕਟਰ। ਹਾਂ, ਇਕਨੋਮਿਕ ਫੈਕਟਰ ਬਹੁਤ ਜ਼ਰੂਰੀ ਹੈ। ਇਕਨੋਮਿਕ ਫੈਕਟਰ ਕਿਹੜੇ ਆ ਜਾਂਦੇ, ਜਿਵੇਂ ਇਹ ਰੇਟ ਆਫ ਇੰਟਰਸਟ ਆ ਗਿਆ, ਲੋਕਾਂ ਦਾ ਪਰ ਕੈਪੀਟਲ ਇਨਕਮ ਕਿੰਨਾ ਵਾ, GDP ਕਿੰਨਾ ਦੇਸ਼ ਦਾ, ਲੋਕਾਂ ਦੀ ਇੰਪਲਾਇਮੈਂਟ ਰੇਟ ਕਿੰਨਾ ਵਾ, ਇਹ ਸਾਰਾ ਇਕਨੋਮਿਕ ਫੈਕਟਰ ਆ ਜਾਂਦਾ। ਹੁਣ ਜੇ ਇਹ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ ਜਿਹੜੀ ਕੰਟਰੀ ਜਾਂ ਜਿਹੜੀ ਸਟੇਟ ਜੇ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ ਫਿਰ ਬਿਜ਼ਨਸਮੈਨ ਜਿਹੜਾ ਨੇ ਉਹਨਾਂ ਨੂੰ ਤਾਂ ਇਹ ਹੁੰਦਾ ਨਾ ਵੀ ਸਾਨੂੰ ਸਸਤੇ ਰੇਟ ਦੇ ਜਿਹੜਾ ਰੇਟ ਆਫ ਇੰਟਰਸਟ ਦੇ ਆਪਾਂ ਨੂੰ ਲੋਨ ਮਿਲ ਜੇ, ਆਪਾਂ ਇੰਡਸਟਰੀ ਜਿਹੜੀ ਲਗਾਈ ਜਾਵੇ। ਇਸ ਕਰਕੇ ਇੱਕ ਤਾਂ ਇਹ ਹੈ ਵੀ ਇੱਕ ਦੇ ਜਿਹੜਾ ਦੂਸਰਾ ਬਿਜ਼ਨਸਮੈਨ ਨੂੰ ਲੋਅਰ ਰੇਟ ਇੰਟਰਸਟ 'ਤੇ ਮਿਲਣਾ ਚਾਹੀਦਾ ਜਿਹੜਾ ਲੋਨ, ਅਤੇ ਤਾਂ ਹੀ ਇੰਡਸਟਰੀ ਜਿਹੜੀ ਗਰੋ ਹੋਏ। ਦੂਸਰਾ ਜਿਹੜਾ ਹੈਗਾ ਜਿਹੜਾ ਕਸਟਮਰ ਨੇ ਜਿਹਨਾਂ ਨੇ ਪਰਚੇਜ ਕਰਨੀਆਂ ਗੱਡੀਆਂ ਉਹਨਾਂ ਲਈ ਵੀ ਜਿਹੜਾ ਸਸਤਾ ਲੋਨ ਹੋਏਗਾ ਤਾਂ ਹੀ ਉਹਨਾਂ ਦੀ ਡਿਮਾਂਡ ਹੋਏਗੀ। ਇਸ ਕਰਕੇ ਦੋਨੇ ਤਰ੍ਹਾਂ ਦੇ ਜਿਹੜੇ ਇਹਦੇ 'ਤੇ ਇਫੈਕਟ ਕਰਦੇ ਨੇ, ਕਸਟਮਰ 'ਤੇ ਵੀ ਕਰਦੇ ਨੇ ਅਤੇ ਬਿਜ਼ਨਸਮੈਨ ਨੂੰ ਵੀ। ਇਸ ਕਰਕੇ ਦੋਨਾਂ ਨੂੰ ਜਿਹੜਾ ਰੇਟ ਆਫ ਇੰਟਰਸਟ ਜਿਹੜਾ ਗੌਰਮੈਂਟ ਘੱਟ ਰੇਟ 'ਤੇ ਦੇਵੇਗੀ, ਬੈਂਕ ਘੱਟ ਰੇਟ 'ਤੇ ਦੇਵੇਗੀ ਅਤੇ ਤਾਂ ਹੀ ਇੰਡਸਟਰੀ ਜਿਹੜੀ ਗਰੋ ਹੋਏਗੀ। ਦੂਸਰਾ ਆ ਜਾਂਦਾ ਇਹਦੇ ਜ਼ਿਆਦਾ ਇਕਨੋਮਿਕ ਫੈਕਟਰ 'ਚ ਸਟੈਂਡਰਡ ਆਫ ਲਿਵਿੰਗ। ਜੇ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਜ਼ਿਆਦਾ ਹੋਏਗਾ ਤਾਂ ਇਹ ਸਟੈਂਡਰਡ ਆਫ ਲਿਵਿੰਗ ਡਿਪੈਂਡ ਪਾਉਣਾ ਪਰ ਕੈਪੀਟਲ ਇਨਕਮ। ਜੇ ਪਰ ਕੈਪੀਟਲ ਇਨਕਮ ਜ਼ਿਆਦਾ ਹੋਏਗੀ, ਪਰ ਕੈਪੀਟਲ ਇਨਕਮ ਕਿੱਥੋਂ ਆਏਗੀ, ਜੇ ਲੋਕਾਂ ਨੂੰ ਜ਼ਿਆਦਾ ਜੋਬ ਓਪਰਚੁਨਿਟੀਜ਼ ਹੋਣਗੀਆਂ, ਲੋਕੀ ਵੱਧ ਤੋਂ ਵੱਧ ਰੋਜ਼ਗਾਰ ਲੋਕਾਂ ਕੋਲੋਂ ਹੋਏਗਾ। ਜੇ ਰੋਜ਼ਗਾਰ ਹੋਏਗਾ ਤਾਂ ਹੀ ਡਿਮਾਂਡ ਗੱਡੀਆਂ ਦੀ ਕਰਨਗੇ, ਲੋਕਾਂ ਦਾ ਇਨਕਮ ਵਧੇਗੀ ਅਤੇ ਸਟੈਂਡਰਡ ਆਫ ਲਿਵਿੰਗ ਵਧੇਗਾ। ਫਿਰ ਇਹ ਜਿਹੜੀਆਂ ਇੰਡਸਟਰੀਜ਼ ਨੇ ਜਿਹੜੀਆਂ ਇਹ ਆਟੋਮੋਬਾਈਲ ਇੰਡਸਟਰੀ ਜਿਹੜੀ ਜ਼ਿਆਦਾ ਗਰੋ ਹੋਏਗੀ। ਇਸ ਕਰਕੇ ਇਹ ਵੀ ਜਿਹੜਾ ਇਕਨੋਮਿਕ ਫੈਕਟਰ ਆ ਉਹ ਬਹੁਤ ਹੀ ਜ਼ਿਆਦਾ ਇਫੈਕਟ ਕਰਦਾ ਵਾ ਗਰੋਥ ਦੇ ਵਿੱਚ ਇਹਦੇ 'ਚ। ਨੈਕਸਟ ਅੱਗੇ ਆ ਜਾਂਦਾ ਜਿਹੜਾ ਇਹਦੀ ਮਾਰਕੀਟ, ਅਸੈਸ ਟੂ ਮਾਰਕੀਟ।
ਅਸੈਸ ਟੂ ਮਾਰਕੀਟ ਮਤਲਬ ਕਿ ਜਿਹੜੀ ਪ੍ਰੋਡਕਸ਼ਨ ਕੀਤਾ ਉਹਦੀ ਮਾਰਕੀਟ ਵੀ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਵੀ ਆਪਾਂ ਮਤਲਬ ਕਿ ਕਿੱਥੇ ਸੇਲ ਕਰਨਾ, ਵੇਅਰ ਟੂ ਸੇਲ ਦਾ ਪ੍ਰੋਡਕਟ। ਇਸ ਕਰਕੇ ਇਹ ਗੌਰਮੈਂਟ ਨੇ ਇਹਨੂੰ ਵੀ ਖਿਆਲ ਕਰਨਾ ਪਏਗਾ, ਤਾਂ ਹੀ ਕਿ ਗੌਰਮੈਂਟ ਆਪ ਵੀ ਖਿਆਲ ਰੱਖਦੀ ਹੈ ਵੀ ਜਿਹੜਾ ਪ੍ਰੋਡਕਸ਼ਨ ਕਰ ਰਹੀ ਇੰਡਸਟਰੀ ਉਹਦਾ ਸੇਲ ਵੀ ਹੋਣੀ ਚਾਹੀਦੀ ਹੈ, ਉਹਦੀ ਮਾਰਕੀਟ ਵੀ ਪ੍ਰੋਵਾਈਡ ਕਰਵਾਉਣੀ ਹੈ। ਇਹ ਸਾਰਾ ਜਿਹੜਾ ਇਹ ਤਾਂ ਹੀ ਜਿਹੜਾ ਸੰਭਵ ਹੋਏਗਾ ਜੇ ਗੌਰਮੈਂਟ ਇਹਦੇ 'ਚ ਐਫਰਟਸ ਕਰੇਗੀ। ਇਸ ਕਰਕੇ ਇਹ ਵੀ ਇੱਕ ਹੈਗਾ ਐਕਸੈਸ ਟੂ ਮਾਰਕੀਟ। ਨੈਕਸਟ ਆ ਜਾਂਦਾ, ਇਹਦੇ 'ਚ ਆ ਜਾਂਦਾ ਜਿਹੜਾ ਇਹ ਪੁਆਇੰਟ ਹੋਰ ਆ ਜਾਂਦਾ, ਇਹ ਜਿਹੜਾ ਇੰਟਰਨਲ ਅਤੇ ਐਕਸਟਰਨਲ ਜਿਹੜੀ ਉਹਦੀ ਜਿਹੜੇ ਐਕਸਟਰਨਲ ਅਤੇ ਇੰਟਰਨਲ ਮਤਲਬ ਕਿ ਇਹਨੂੰ ਜਾਂ ਜਿਹੜੇ ਆਪਾਂ ਐਕਸਪੋਰਟ ਅਤੇ ਇੰਪੋਰਟ ਕਰਨਾ, ਹਾਂ ਉਹ ਕੰਟਰੀ 'ਚ ਜਿਹੜੀ ਇੰਡਸਟਰੀ ਲਗਾਈ ਜਾਏਗੀ ਜਿੱਥੇ ਐਕਸਪੋਰਟ ਦੀਆਂ ਫੈਸਿਲਿਟੀਜ਼ ਹੋਣ ਅਤੇ ਇੰਪੋਰਟਸ ਦੀਆਂ ਵੀ ਫੈਸਿਲਿਟੀਜ਼ ਹੋਣ। ਇਹ ਕਿੱਥੇ ਕਾਹਦੇ 'ਤੇ ਡਿਪੈਂਡ ਕਰਦਾ, ਇਹ ਵਾਟਰ ਟਰਾਂਸਪੋਰਟ। ਜੇ ਵਾਟਰ ਟਰਾਂਸਪੋਰਟ ਹੋਏਗਾ ਅੱਛਾ ਜਿਹੜੇ ਦੇਸ਼ 'ਚ, ਉੱਥੇ ਐਕਸਪੋਰਟ ਕਰਨਾ ਸੌਖਾ ਹੋਏਗਾ, ਇੰਪੋਰਟ ਕਰਨਾ ਸੌਖਾ ਹੋਏਗਾ। ਗੌਰਮੈਂਟ ਦੀ ਟੈਰਿਫ ਪੋਲਿਸੀ ਕਿੱਦਾਂ ਦੀ ਹੋਏਗੀ, ਇਹ ਵੀ ਜਿਹੜਾ ਗਰੋਥ ਕਰਨ ਵਿੱਚ ਇਹਦੇ 'ਤੇ ਮਦਦ ਕਰਦਾ ਵਾ ਆਟੋਮੋਬਾਈਲ ਇੰਡਸਟਰੀ ਦੇ ਵਿੱਚ। ਕਿਉਂਕਿ ਜੇ ਐਕਸਪੋਰਟ ਜ਼ਿਆਦਾ ਹੋਏਗਾ, ਕਿਉਂਕਿ ਉੱਥੇ ਐਕਸਪੋਰਟ ਤਾਂ ਹੀ ਹੋਏਗੀ ਜ਼ਿਆਦਾ ਜੇ ਉੱਥੇ ਪ੍ਰੋਡਕਸ਼ਨ ਜ਼ਿਆਦਾ ਹੋਏਗਾ। ਇਸ ਕਰਕੇ ਇਹ ਹਰ ਗੌਰਮੈਂਟ ਦੀ ਇਹ ਪੋਲਿਸੀ ਹੁੰਦੀ ਵੱਧ ਤੋਂ ਵੱਧ ਪ੍ਰੋਡਕਸ਼ਨ ਹੋਏਗਾ ਅਤੇ ਉਹ ਦੇਸ਼ ਦੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਅਤੇ ਰੁਜ਼ਗਾਰ ਮਿਲੇਗਾ ਅਤੇ ਦੇਸ਼ ਦੇ ਜਿਹੜੀ GDP ਜਿਹੜੀ ਵਧੇਗੀ। ਇਸ ਕਰਕੇ ਇਹ ਵੀ ਇੱਕ ਰੋਲ ਆ, ਮਤਲਬ ਕਿ ਉਹਦੇ 'ਚ ਜਿਹੜਾ ਆ ਰੋਲ ਕਹਿ ਸਕਦੇ ਆਪਾਂ, ਇਹ ਲੋਕੇਸ਼ਨ ਫੈਕਟਰ ਆ, ਮਤਲਬ ਕਿ ਉੱਥੇ ਇਹ ਸਾਰਾ ਕੁਛ ਹੋਣਾ ਚਾਹੀਦਾ। ਇਹ ਆਪਾਂ ਅਖੀਰ 'ਤੇ ਇਹ ਕਹਿ ਸਕਦੇ ਹਾਂ ਵੀ ਲੋਕੇਸ਼ਨ ਜੇ ਇੰਡਸਟਰੀ ਦੀ ਉਸੇ ਜਗ੍ਹਾ 'ਤੇ ਹੋਏਗੀ ਜਾਂ ਉਸੇ ਸਟੇਟ 'ਚ ਹੋਏਗੀ, ਉਸੇ ਕੰਟਰੀ 'ਚ ਹੋਏਗੀ ਜਿੱਥੇ ਪੋਲੀਟੀਕਲ ਸਟੇਬਿਲਿਟੀ ਹੋਏਗੀ, ਇਕਨੋਮਿਕ ਸਿਸਟਮ ਵਧੀਆ ਹੋਏਗਾ, ਰਾ ਮਟੀਰੀਅਲ ਈਜ਼ੀਲੀ ਅਵੇਲੇਬਲ ਹੁੰਦਾ ਹੋਏਗਾ, ਪਾਵਰ ਕਮਿਊਨੀਕੇਸ਼ਨ ਹੋਣਗੇ, ਰੇਲਵੇ ਦਾ ਹੋਏਗਾ, ਜਿਹੜਾ ਰੇਲਵੇ ਨੈਟਵਰਕ ਅੱਛਾ ਹੋਏਗਾ। ਠੀਕ ਹੈ, ਇਹ ਸਾਰਾ ਆ ਜਾਂਦਾ ਇਹਦੇ 'ਚ ਕਾਊਂਟ ਕੀਤਾ ਜਾਏਗਾ, ਤਾਂ ਹੀ ਇੰਡਸਟਰੀ ਦੀ ਲੋਕੇਸ਼ਨ ਹੋਏਗੀ। ਅਤੇ ਹੋਰ ਵੀ ਇਹਦੇ ਪੁਆਇੰਟ ਮਤਲਬ ਕਿ ਜਿਹੜੇ ਆਪਾਂ ਕਰਨੇ ਜਿਹੜੇ ਹੈਗੇ ਡਿਸਕਸ ਕੀਤੇ ਜਾ ਸਕਦੇ ਨੇ, ਉਹ ਨੈਕਸਟ ਆਪਾਂ ਜਿਹੜਾ ਲੈਕਚਰ ਵਿੱਚ ਡਿਸਕਸ ਕਰਾਂਗੇ। ਬੇਟਾ ਓਕੇ ਬੇਟਾ ਜੀ।